ਗੁਰਬਾਣੀ ਕੀਰਤਨ ਸਿੱਖ ਰਹੇ ਪਿਆਰੇ ਵਿਦਿਆਰਥੀਓ, ਦਾਸ ਪਰਮਜੀਤ ਸਿੰਘ ਡੁਮੇਲੀ ਵਾਲਾ ਅੱਜ ਆਪ ਜੀ ਦੀ ਸੇਵਾ ਵਿੱਚ ਗੁਰਬਾਣੀ ਕੀਰਤਨ ਸਿੱਖਿਆ ਦਾ ਨੰਬਰ 56 ਦਾ ਐਪੀਸੋਡ ਲੈ ਕੇ ਹਾਜ਼ਰ ਹੋਇਆ ਹੈ। ਸਾਰੇ ਵਿਦਿਆਰਥੀ ਗੁਰੂ ਦਸਵੇਂ ਪਾਤਸ਼ਾਹ ਜੀ ਦੀ ਬਖਸ਼ਿਸ਼ ਕੀਤੀ ਹੋਈ ਗੁਰੂ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਿਆਰੇ ਵਿਦਿਆਰਥੀਓ, ਅੱਜ ਤੋਂ ਅਸੀਂ ਇੱਕ ਨਵੀਂ ਲੜੀ ਆਰੰਭ ਕਰਨ ਜਾ ਰਹੇ ਹਾਂ। ਉਹ ਹੈ ਪ੍ਰਸਿੱਧ ਤੇ ਪ੍ਰਚਲਿਤ ਕੁਝ ਰਾਗ, ਜਿਸ ਦਾ ਆਰੰਭ ਅਸੀਂ ਰਾਗ ਟੋਡੀ ਤੋਂ ਕਰਾਂਗੇ। ਸਭ ਤੋਂ ਪਹਿਲੇ ਆਪ ਜੀ ਸਕਰੀਨ ਦੇ ਉੱਪਰ ਰਾਗ ਟੋਡੀ ਦਾ ਸਰਲ ਪਰਿਚੈ ਦੇਖੋ। ਇਸ ਤੋਂ ਬਾਅਦ ਮੈਂ ਬੋਲ ਕੇ ਵੀ ਦੱਸਦਾ ਹਾਂ। ਸੋ ਰਾਗ ਟੋਡੀ, ਜਿਸ ਦਾ ਠਾਠ ਟੋਡੀ ਹੀ ਹੈ, ਅਤੇ ਇਸ ਰਾਗ ਦੀ ਜਾਤੀ ਸੰਪੂਰਨ ਹੈ, ਯਾਨੀ ਕਿ ਇਹਦੇ ਆਰੋਹ ਵਿੱਚ ਅਤੇ ਅਵਰੋਹ ਵਿੱਚ 7 ਸੁਰ ਲੱਗਦੇ ਹਨ। ਇਸ ਰਾਗ ਦਾ ਵਾਦੀ ਸੁਰ ਧੈਵਤ ਅਤੇ ਸੰਵਾਦੀ ਸੁਰ ਗੰਧਾਰ ਹੈ। ਇਸ ਰਾਗ ਦੇ ਵਿੱਚ ਰਿਸ਼ਭ ਕੋਮਲ, ਗੰਧਾਰ ਕੋਮਲ, ਮੱਧਮ ਤੀਵਰ, ਧੈਵਤ ਕੋਮਲ, ਬਾਕੀ ਸਾਰੇ ਸੁਰ ਸ਼ੁੱਧ ਲੱਗਦੇ ਹਨ। ਇਸ ਰਾਗ ਦਾ ਗਾਇਨ ਸਮਾਂ ਸਵੇਰੇ 9 ਤੋਂ ਲੈ ਕੇ 12 ਵਜੇ ਤੱਕ ਹੈ, ਪਰ ਕਈ ਕੀਰਤਨੀਏ 9 ਵਜੇ ਤੋਂ ਪਹਿਲਾਂ ਵੀ ਇਸ ਰਾਗ ਨੂੰ ਗਾ ਲੈਂਦੇ ਹਨ। ਜਿਵੇਂ ਕਿ ਕਈ ਕੀਰਤਨੀਏ ਆਸਾ ਕੀ ਵਾਰ ਵਿੱਚ ਵੀ ਇਹ ਰਾਗ ਗਾਇਨ ਕਰ ਲੈਂਦੇ ਹਨ, ਪਰ ਇਸ ਦਾ ਸਹੀ ਸਮਾਂ ਜਿਹੜਾ ਹੈ ਉਹ ਘੱਟੋ ਘੱਟ ਨਹੀਂ ਤਾਂ ਸਵੇਰੇ 8 ਵਜੇ ਤੋਂ ਬਾਅਦ ਸਹੀ ਆਰੰਭ ਹੁੰਦਾ ਹੈ। ਇਹ ਰਾਗ ਭਾਵੇਂ ਕਿ ਉਤਰਾਂਗਵਾਦੀ ਪ੍ਰਧਾਨ ਹੈ, ਲੇਕਿਨ ਫਿਰ ਵੀ ਇਹ ਇੱਕ ਐਸਾ ਰਾਗ ਹੈ ਜਿਹੜਾ ਤਿੰਨਾਂ ਸਪਤਕਾਂ ਦੇ ਵਿੱਚ ਹੀ ਨਿਖਰਦਾ ਹੈ। ਇਹ ਰਾਗ ਮੰਦਰ ਸਪਤਕ ਵਿੱਚ ਵੀ, ਮੱਧ ਸਪਤਕ ਵਿੱਚ ਵੀ ਅਤੇ ਤਾਰ ਸਪਤਕ ਵਿੱਚ ਵੀ ਪੂਰਾ ਆਪਣਾ ਸਰੂਪ ਬਰਕਰਾਰ ਰੱਖਦਾ ਹੈ। ਹੁਣ ਅਸੀਂ ਇਸ ਰਾਗ ਦਾ ਆਰੋਹ, ਅਵਰੋਹ ਅਤੇ ਪਕੜ ਆਪ ਜੀ ਨੂੰ ਕਰਕੇ ਦੱਸਦੇ ਹਾਂ। ਰਾਗ ਟੋਡੀ ਦਾ ਆਰੋਹ ਅਤੇ ਅਵਰੋਹ ਬੜੇ ਧਿਆਨ ਦੇ ਨਾਲ ਦੇਖੋ। ਸਾ ਰੇ ਗਾ ਮਾ ਪਾ ਧਾ ਨੀ ਸਾ ਸਾ ਨੀ ਧਾ ਮਾ ਗਾ ਰੇ ਸਾ। ਇਹ ਸੀ ਆਰੋਹ ਅਵਰੋਹ। ਹੁਣ ਦੇਖਦੇ ਹਾਂ ਪਕੜ। ਦ ਨੀ ਸਾ ਮਾ ਗਾ ਰੇ ਗਾ ਰੇ ਸਾ। ਪਿਆਰੇ ਵਿਦਿਆਰਥੀਓ, ਆਪ ਜੀ ਨੇ
ਰਾਗ ਟੋਡੀ ਦਾ ਸਰਲ ਪਰਿਚੈ ਵੀ ਸਮਝ ਲਿਆ, ਆਰੋਹ ਅਵਰੋਹ ਅਤੇ ਪਕੜ ਵੀ ਸਮਝ ਲਈ ਹੈ। ਹੁਣ ਆਪ ਜੀ ਸਕਰੀਨ ਉੱਤੇ ਦੇਖੋ ਰਾਗ ਟੋਡੀ ਬਾਰੇ ਹੋਰ ਜਾਣਕਾਰੀ, ਫਿਰ ਆਪ ਜੀ ਨੂੰ ਬੋਲ ਕੇ ਵੀ ਦੱਸਦੇ ਹਾਂ। ਰਾਗ ਟੋਡੀ ਨੂੰ ਭਾਰਤੀ ਸੰਗੀਤ ਵਿੱਚ ਮੀਆਂ ਕੀ ਤੋੜੀ ਕਹਿੰਦੇ ਹਨ। ਉਹਦਾ ਕਾਰਨ ਕਿ ਇਹ ਰਾਗ ਮੀਆਂ ਤਾਨਸੈਨ ਜੀ ਨੇ ਬਣਾਇਆ, ਜਿਸ ਕਰਕੇ ਇਸ ਰਾਗ ਨੂੰ ਮੀਆਂ ਕੀ ਤੋੜੀ ਕਹਿੰਦੇ ਹਨ। ਇਹ ਰਾਗ ਭਾਰਤੀ ਸੰਗੀਤ ਵਿੱਚ ਬਹੁਤ ਹੀ ਪ੍ਰਚਲਿਤ ਅਤੇ ਬਹੁਤ ਹੀ ਹਰਮਨ ਪਿਆਰਾ ਰਾਗ ਹੈ। ਇਹ ਸ਼ਾਸਤਰੀ ਸੰਗੀਤ ਵਿੱਚ ਵੀ, ਚਾਹੇ ਗਾਇਨ ਹੋਵੇ ਚਾਹੇ ਵਾਦਨ ਹੋਵੇ, ਇਸ ਤੋਂ ਬਿਨਾਂ ਫਿਲਮੀ ਸੰਗੀਤ ਵਿੱਚ ਵੀ, ਇਸ ਤੋਂ ਬਿਨਾਂ ਲੋਕ ਸੰਗੀਤ ਵਿੱਚ ਵੀ, ਭਗਤੀ ਸੰਗੀਤ ਚਾਹੇ ਸ਼ਬਦ ਕੀਰਤਨ ਹੈ ਚਾਹੇ ਭਜਨ ਹੈ, ਭਾਵ ਕਿ ਹਰ ਸ਼ੈਲੀ ਵਿੱਚ ਇਹ ਰਾਗ ਟੋਡੀ ਬਹੁਤ ਹੀ ਪ੍ਰਸਿੱਧ, ਪ੍ਰਚਲਿਤ ਅਤੇ ਹਰਮਨ ਪਿਆਰਾ ਹੈ। ਰਾਗ ਟੋਡੀ ਬਾਰੇ ਮਤਭੇਦ। ਰਾਗ ਟੋਡੀ ਬਾਰੇ ਕੋਈ ਖਾਸ ਮਤਭੇਦ ਨਹੀਂ ਹੈ। ਸਾਰੇ ਗਾਇਕ ਵਿਦਵਾਨ ਇੱਕ ਮਤ ਹੀ ਹਨ। ਹਾਂ, ਇਸ ਦਾ ਜੋ ਆਰੋਹ ਹੈ, ਕਈ ਵੇਰਾਂ ਕਈ ਗਾਇਕ ਇਸ ਰਾਗ ਦਾ ਆਰੋਹ ਸਿੱਧਾ ਕਰਦੇ ਹਨ, ਜਾਣੀ ਕਿ ਸਾਰੇ ਗਾਮਾ ਪਾ ਦਾ ਨੀ ਸਾ। ਲੇਕਿਨ ਕਈ ਵਿਦਵਾਨ ਪਾ ਨੂੰ ਵਕਰ ਕਰਦੇ ਹਨ, ਜਾਣੀ ਕਿ ਸਾਰੇ ਗਾਮਾ ਪਾ ਮਾਦਾ ਨੀ ਸਾ, ਇਸ ਤਰ੍ਹਾਂ ਕਰਦੇ ਹਨ। ਲੇਕਿਨ ਅਵਰੋਹ ਇਸ ਦਾ ਬਿਲਕੁਲ ਉਹੀ ਹੈ। ਲੇਕਿਨ ਦਾਸ ਜਿਹੜਾ ਦੂਸਰਾ ਆਰੋਹ ਹੈ, ਜਾਣੀ ਕਿ ਸਾਰੇ ਗਾਮਾ ਪਾ ਮਾਦਾ ਨੀ ਸਾ, ਉਹਦੇ ਨਾਲ ਜ਼ਿਆਦਾ ਸਹਿਮਤੀ ਰੱਖਦਾ ਹੈ, ਕਿਉਂਕਿ ਤਕਰੀਬਨ ਜਿੰਨੀਆਂ ਕੁ ਬੰਦਸ਼ਾਂ ਨੇ ਉਹਨਾਂ ਸਾਰਿਆਂ ਦੇ ਵਿੱਚ ਜਿਹੜਾ ਅੰਤਰਾ ਹੈ ਉਹ ਮਾਦਾ ਨੀਸਾ ਹੀ ਜਾਂਦਾ ਹੈ। ਲੇਕਿਨ ਅਸੀਂ ਜੋ ਇੱਥੇ ਆਰੋਹ ਲਿਖਿਆ ਹੈ ਉਹ ਅਸੀਂ ਬਹੁਮਤ ਨੂੰ ਮੁੱਖ ਰੱਖ ਕੇ ਹੀ ਲਿਖਿਆ ਹੈ, ਜੋ ਕਿਤਾਬਾਂ ਵਿੱਚ ਜਾਂ ਵਿਦਵਾਨ ਪੁਰਸ਼ਾਂ ਤੋਂ ਸੁਣਿਆ ਹੈ, ਉਸ ਲਿਹਾਜ਼ ਨਾਲ ਹੀ ਅਸੀਂ ਲਿਖਿਆ ਹੈ। ਰਾਗ ਟੋਡੀ ਦੇ ਨੇੜੇ ਦੇ ਰਾਗ, ਜਾਣੀ ਕਿ ਉਹ ਰਾਗ ਜਿਹੜੇ ਬਿਲਕੁਲ ਰਾਗ ਟੋਡੀ ਦੇ ਨੇੜੇ ਹਨ। ਇਸ ਦੇ ਸਭ ਤੋਂ ਨੇੜੇ ਰਾਗ ਹੈ ਰਾਗ ਗੂਜਰੀ ਤੋੜੀ। ਭਾਵੇਂ ਕਿ ਅਸੀਂ ਉਸ ਨੂੰ ਰਾਗ ਗੂਜਰੀ ਵੀ ਕਹਿ ਦਿੰਦੇ ਹਾਂ, ਕਿਉਂਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਰਾਗ ਗੂਜਰੀ ਹੀ ਆਇਆ ਹੈ, ਪਰ ਭਾਰਤੀ ਸੰਗੀਤ ਵਿੱਚ ਗੂਜਰੀ ਤੋੜੀ ਕਰਕੇ ਹੀ ਪ੍ਰਸਿੱਧ ਹੈ। ਇਹ ਗੂਜਰੀ ਤੋੜੀ ਬਿਲਕੁਲ ਇਸ ਦੇ ਨੇੜੇ ਦਾ ਰਾਗ ਹੈ, ਲੇਕਿਨ ਉਸ ਵਿੱਚ ਪੰਚਮ ਨਾ ਲੱਗਣ ਕਰਕੇ ਉਹ ਰਾਗ ਟੋਡੀ ਤੋਂ ਵੱਖਰਾ ਹੋ ਜਾਂਦਾ ਹੈ। ਹੋਰ ਵੀ ਕਈ ਕਾਰਨ ਨੇ ਜਿਸ ਕਰਕੇ ਗੂਜਰੀ ਟੋਡੀ ਤੋਂ ਵੱਖਰਾ ਹੋ ਜਾਂਦਾ ਹੈ। ਇਸ ਦੇ ਨਾਲ ਹੈ ਭੋਪਾਲ ਟੋਡੀ। ਭੋਪਾਲ ਟੋਡੀ ਉਹ ਵੀ ਇਸ ਦੇ ਬਿਲਕੁਲ ਨੇੜੇ ਦਾ ਰਾਗ ਹੈ, ਪਰ ਉਹ ਔੜਵ ਜਾਤੀ ਦਾ ਰਾਗ ਹੋਣ ਕਰਕੇ ਇਸ ਰਾਗ ਤੋਂ ਵੱਖਰਾ ਹੋ ਜਾਂਦਾ ਹੈ। ਫਿਰ ਹੈ ਬਿਲਾਸਖਾਨੀ ਟੋਡੀ। ਭਾਵੇਂ ਕਿ ਟੋਡੀ ਦਾ ਹੀ ਪ੍ਰਕਾਰ ਹੈ, ਲੇਕਿਨ ਬਿਲਾਸਖਾਨੀ ਟੋਡੀ ਕਾਫੀ ਵੱਕਰ ਰਾਗ ਹੈ। ਉਸ ਵਿੱਚ ਮੱਧਮ ਸ਼ੁੱਧ ਲੱਗਦਾ ਹੈ, ਨਿਸ਼ਾਦ ਕੋਮਲ ਲੱਗਦਾ ਹੈ, ਵੱਕਰ ਆਉਂਦਾ ਹੈ, ਵੱਕਰ ਜਾਂਦਾ ਹੈ, ਯਾਨੀ ਅਰੋਹ ਅਵਰੋਹ ਵੱਕਰ ਹੈ, ਜਿਸ ਕਰਕੇ ਉਹ ਰਾਗ ਵੀ ਇਸ ਤੋਂ ਭਿੰਨ ਹੋ ਜਾਂਦਾ ਹੈ। ਔਰ ਇੱਕ ਰਾਗ ਹੈ ਮੁਲਤਾਨੀ। ਮੁਲਤਾਨੀ ਰਾਗ ਅਤੇ ਰਾਗ ਟੋਡੀ ਦੋਹਾਂ ਦੇ ਸੁਰ ਬਿਲਕੁਲ ਇੱਕ ਹਨ, ਲੇਕਿਨ ਟੋਡੀ ਨੂੰ ਮੁਲਤਾਨੀ ਤੋਂ ਨਹੀਂ ਬਚਾਉਣ ਦੀ ਲੋੜ ਪੈਂਦੀ, ਕਿਉਂਕਿ ਟੋਡੀ ਵਿੱਚ ਮੁਲਤਾਨੀ ਦੀ ਬਹੁਤੀ ਛਾਇਆ ਨਹੀਂ ਪੈਂਦੀ, ਲੇਕਿਨ ਮੁਲਤਾਨੀ ਵਿੱਚ ਟੋਡੀ ਦੀ ਛਾਇਆ ਜ਼ਰੂਰ ਪੈਂਦੀ ਹੈ। ਸੁਰ ਦੋਹਾਂ ਰਾਗਾਂ ਦੇ ਇੱਕ ਹੀ ਨੇ, ਲੇਕਿਨ ਜਦੋਂ ਮੁਲਤਾਨੀ ਗਾਉਣਾ ਹੁੰਦਾ ਹੈ ਉਦੋਂ ਮੁਲਤਾਨੀ ਨੂੰ ਟੋਡੀ ਤੋਂ ਬਚਾਉਣਾ ਪੈਂਦਾ ਹੈ, ਲੇਕਿਨ ਜਦੋਂ ਟੋਡੀ ਗਾਈਦਾ ਹੈ ਉਦੋਂ ਇਸ ਨੂੰ ਮੁਲਤਾਨੀ ਤੋਂ ਨਹੀਂ ਬਚਾਉਣ ਦੀ ਲੋੜ ਪੈਂਦੀ।
ਸੋ ਇਹ ਹਨ ਨੇੜੇ ਦੇ ਰਾਗ। ਗੁਰਮਤਿ ਸੰਗੀਤ ਵਿੱਚ ਰਾਗ ਟੋਡੀ, ਭਾਵੇਂ ਕਿ ਭਾਰਤੀ ਸੰਗੀਤ ਵਿੱਚ ਇਸ ਦਾ ਨਾਮ ਮੀਆਂ ਕੀ ਤੋੜੀ ਕਰਕੇ ਪ੍ਰਸਿੱਧ ਹੈ, ਪਰ ਗੁਰੂ ਜੀ ਨੇ ਇਸ ਰਾਗ ਨੂੰ ਸੰਖੇਪ ਨਾਮ ਟੋਡੀ ਦਿੱਤਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਮੁੱਖ 31 ਰਾਗਾਂ ਵਿੱਚ ਇਸ ਦਾ 12ਵਾਂ ਨੰਬਰ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਕ 711 ਤੋਂ ਲੈ ਕੇ 18 ਤੱਕ ਇਹ ਰਾਗ ਸੁਭਾਇਮਾਨ ਹੈ। ਇਸ ਰਾਗ ਵਿੱਚ ਮਹੱਲਾ ਚੌਥਾ, ਮਹੱਲਾ ਪੰਜਵਾਂ, ਮਹੱਲਾ ਨੌਵਾਂ ਅਤੇ ਭਗਤ ਨਾਮਦੇਵ ਜੀ ਦੀ ਬਾਣੀ ਸੁਭਾਇਮਾਨ ਹੈ। ਰਾਗ ਟੋਡੀ ਦਾ ਸੁਭਾਅ, ਯਾਨੀ ਕਿ ਰਾਗ ਟੋਡੀ ਦੀ ਪ੍ਰਕਿਰਤੀ। ਰਾਗ ਟੋਡੀ ਦਾ ਸੁਭਾਅ ਬਿਲਕੁਲ ਸ਼ਾਂਤ ਹੈ। ਇਹ ਰਾਗ ਬਿਲਕੁਲ ਗੰਭੀਰ ਪ੍ਰਕਿਰਤੀ ਦਾ ਰਾਗ ਹੈ, ਲੇਕਿਨ ਇਸ ਦੇ ਨਾਲ ਨਾਲ ਇਸ ਵਿੱਚ ਬਿਰਹੋਂ ਵੀ ਹੈ। ਰਾਗ ਟੋਡੀ ਵਿੱਚ ਬਿਰਹੋਂ ਵੀ ਹੈ। ਜਦੋਂ ਇਸ ਨੂੰ ਬਿਲਕੁਲ ਟਿਕਾਊ ਨਾਲ ਗਾਇਆ ਜਾਂਦਾ ਹੈ, ਅੰਦਰੋਂ ਸ਼ਾਂਤ ਹੋ ਕੇ ਇਸ ਰਾਗ ਨੂੰ ਗਾਇਆ ਜਾਂਦਾ ਹੈ, ਤਾਂ ਫਿਰ ਇਹ ਰਾਗ ਬਿਰਹੋਂ ਭਰਿਆ ਰਾਗ ਬਣ ਜਾਂਦਾ ਹੈ। ਧੰਨ ਗੁਰੂ ਰਾਮਦਾਸ ਜੀ ਮਹਾਰਾਜ ਨੇ ਜਦੋਂ ਇਹ ਰਾਗ ਗਾਇਨ ਕੀਤਾ ਤਾਂ ਹਜ਼ੂਰ ਦੀ ਰਸਨਾ ਤੋਂ ਬਚਨ ਆਇਆ, ਹਰ ਬਿਨ ਰਹਿ ਨਾ ਸਕੈ ਮਨ ਮੇਰਾ, ਮੇਰੇ ਪ੍ਰੀਤਮ ਪ੍ਰਾਨ ਹਰ ਪ੍ਰਭ ਗੁਰ ਮੇਲੇ, ਬਹੁਰ ਨਾ ਭਵ ਜਲ ਫੇਰਾ। ਐਸੇ ਬਿਰਹੋਂ ਭਰੇ ਸ਼ਬਦ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਨੇ ਰਾਗ ਟੋਡੀ ਵਿੱਚ ਹੀ ਉਚਾਰਨ ਕੀਤਾ ਹੈ। ਇਸ ਲਈ ਇਸ ਦਾ ਸੁਭਾਅ ਸ਼ਾਂਤ ਹੈ, ਗੰਭੀਰ ਹੈ, ਸਹਿਜ ਵਿੱਚ ਹੈ, ਬਿਰਹੋਂ ਭਰਿਆ ਹੈ। ਇਹ ਰਾਗ ਨੂੰ ਹਮੇਸ਼ਾ ਟਿਕਾਓ ਦੇ ਵਿੱਚ ਹੀ ਗਾਉਣਾ ਚਾਹੀਦਾ ਹੈ। ਸੋ ਪਿਆਰੇ ਵਿਦਿਆਰਥੀਓ, ਆਪ ਜੀ ਨੇ ਅੱਜ ਰਾਗ ਟੋਡੀ ਬਾਰੇ ਸੰਖੇਪ ਜਿਹੀ ਜਾਣਕਾਰੀ ਹਾਸਲ ਕੀਤੀ ਹੈ। ਲਿਖਤੀ ਰੂਪ ਵਿੱਚ ਵੀ ਅਤੇ ਮੈਂ ਬੋਲ ਕੇ ਵੀ ਸਾਰੀ ਜਾਣਕਾਰੀ ਆਪ ਜੀ ਨੂੰ ਦਿੱਤੀ ਹੈ। ਆਪ ਜੀ ਇਹ ਸਾਰੀ ਜਾਣਕਾਰੀ ਆਪਣੀ ਨੋਟਬੁੱਕ ਦੇ ਉੱਪਰ ਲਿਖ ਲਓ, ਚੰਗੀ ਤਰ੍ਹਾਂ ਉਸ ਨੂੰ ਯਾਦ ਕਰ ਲਓ, ਉਸ ਦਾ ਅਭਿਆਸ ਕਰ ਲਓ। ਇਸ ਰਾਗ ਦਾ ਥਾਟ, ਇਸ ਰਾਗ ਦੇ ਸੁਰ, ਇਸ ਰਾਗ ਦੀ ਜਾਤੀ, ਵਾਦੀ, ਸਵਾਦੀ, ਇਸ ਦਾ ਸੁਭਾਅ, ਗੁਰਮਤਿ ਸੰਗੀਤ ਵਿੱਚ ਇਹ ਰਾਗ, ਭਾਰਤੀ ਸ਼ਾਸਤਰੀ ਸੰਗੀਤ ਵਿੱਚ ਇਹ ਰਾਗ, ਇਸ ਰਾਗ ਨੂੰ ਹਰ ਪੱਖ ਤੋਂ ਚੰਗੀ ਤਰ੍ਹਾਂ ਆਪ ਜੀ ਸਮਝ ਲਓ। ਔਰ ਇਸ ਤੋਂ ਅਗਲਾ ਜਿਹੜਾ ਸਾਡਾ ਐਪੀਸੋਡ ਹੋਵੇਗਾ, ਉਹਦੇ ਵਿੱਚ ਅਸੀਂ ਇਸ ਰਾਗ ਦਾ ਆਪ ਜੀ ਨੂੰ ਅਲਾਪ ਕਰਨਾ ਵੀ ਦੱਸਾਂਗੇ ਅਤੇ ਇਸ ਸ਼ਬਦ ਦੀ ਇੱਕ ਸੌਖੀ ਜਿਹੀ ਬੰਦਿਸ਼ ਵੀ ਆਪ ਜੀ ਨੂੰ ਕਰਾਵਾਂਗੇ। ਸਾਡਾ ਇਹ ਨੰਬਰ 56 ਦਾ ਐਪੀਸੋਡ ਇੱਥੇ ਹੀ ਸਮਾਪਤ ਹੁੰਦਾ ਹੈ। ਸਾਰੇ ਵਿਦਿਆਰਥੀ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।